श्री वाहिगुरु जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। चकर चहन अर वरण जात अर पात नहन जेहे। रूप रंग अर रेख एक को कह न सकत केहे। अचल मूरत अनभव प्रकाश हम तोज कहजै। कोट इंद्र इंद्राण साहे सहान गणजै। त्रे भवन महीप सुर नर असुर नेत नेत बन तृण कहत। तब सर्व नाम कथय कवन करम नाम वर्णत समत। तब सर्व नाम कथय कवन कर्म नाम वर्णत समत। गुर अमरदास परसिय हम पादक पातक विनाश है। गुर अमरदास परसिय सिद्ध साधक आसास है। गुर अमरदास परसिय ध्यान लह पौ मुक है। गुर अमरदास परसिय अपौ लभै गौ चुकै। एक बिन दुगण जो तो रहे जा सुमंत्र मान वह लहै। जाल पा पदार्थ इतड़े गुर अमरदास डिठै मिलै। जाल पा पदार्थ इतड़े गुर अमरदास डिठै मिलै। कनहर बूंद बसोरो मावल कुसुम बसंत गनंत न आवे। रव सस किरण उदर सागर को गंग तरंग अंत को पाव। और उधर ध्यान ज्ञान सतगुर के कब जन भल उन्हें जो गावे। भले अमरदास गुण तेरे तेरी उपमा तोहे बन आवे। भले अमरदास गुण तेरे तेरी उपमा तोहे बन आवे। हम अवगुण भरे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत
ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਜ ਸੋ ਪਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ। ਮਰਨ ਦੁਖ ਜਾਏ। ਹੋਵੈ ਸਿਫਤ ਖਸੰਮਿ ਨੂਰ ਅਰਸੋ ਗੁਰ ਸੋ ਚਟਿਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਐ। ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪ੍ਰਭ ਜਨਮ ਮਰਨ ਨਿਵਾਰ। ਹਾਰ ਪਰਿਓ ਦੁਆਰ। ਗਹ ਚਰਨ ਸਾਧੂ ਸੰਗ। ਮਨ ਮਿਸ਼ਟ ਹਰ ਹਰ ਰੰਗ। ਪ੍ਰਭ ਜਨਮ ਮਰਨ ਨਿਵਾਰ। ਹਾਰ ਪਰਿਓ ਦੁਆਰ। ਗਹ ਚਰਨ ਸਾਧੂ ਸੰਗ। ਮਨ ਮਿਸ਼ਟ ਹਰ ਹਰ ਰੰਗ। ਕਰ ਦਇਆ ਲਿਹੋ ਲੜ ਲਾਏ। ਨਾਨਕਾ ਨਾਮ ਧਿਆਏ। ਦੀਨਾਨਾਥ ਦਇਆਲ ਮੇਰੇ ਸੁਆਮੀ। ਦੀਨਾਨਾਥ ਦਇਆਲ। ਜਾਚੋ ਸੰਤ ਰਵਾਲ। ਰਹਾਉ ਸੰਸਾਰ ਵਿਖਿਆ ਕੂਪ। ਤਮ ਅਗਿਆਨ ਮੋਹਤ ਕੂਪ। ਗਹ ਪੂਜਾ ਪ੍ਰਭ ਜੀ ਲੈਹੋ। ਹਰ ਨਾਮ ਆਪਣਾ ਦੇਹੋ। ਪ੍ਰਭ ਤੁਝ ਬਿਨਾ ਨਹੀਂ ਠਾਉ। ਨਾਨਕਾ ਬਲ ਬਲ ਜਾਉ। ਲੋਭ ਮੋਹਿ ਬਾਧੀ ਦੇਹ। ਬਿਨਾ ਭਜਨ ਹੋਵਤ ਖੇਹ। ਜਮਦੂਤ ਮਹਾ ਭਿਆਨ। ਚਿਤ ਗੁਪਤ ਕਰ ਮਹਿ ਜਾਨ। ਦਿਨ ਰੈਨ ਸਾਖ ਸੁਨਾਏ। ਨਾਨਕਾ ਹਰ ਸ਼ਰਨਾਏ। ਪੈ ਪੰਝਨਾ ਮੁਰਾਰ। ਕਰ ਦਇਆ ਪਤਤ ਉਧਾਰ। ਮੇਰੇ ਦੁਖ ਗਨੇ ਨਾ ਜਾਹੇ। ਹਰ ਬਿਨਾ ਕਤ ਹੈ ਸਮਾਹੇ।
ਗਹਿ ਓਟ ਚਿਤਵੇ ਨਾਥ ਨਾਨਕਾ ਤੇ ਰਖ ਹਾਥ ਹਰ ਗੁਣ ਨਿਧਿ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਨ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਜਿਉ ਮੀਨ ਜਲ ਸਿਓ ਹੇਤ ਅਲ ਕਮਲ ਪਿੰਨ ਨਾ ਪੇਤ ਜੋ ਚੱਕਵੇ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰੁਣ ਭਰਤ ਪਰਾਨ ਜਿਉ ਲੋਭੀਐ ਤਨ ਦਾਨ ਜਿਉ ਦੂਧ ਜਲ ਹੈ ਸੰਜੋਗਾ ਜਿਉ ਮਹਾ ਖੁਦ ਆਰਥ ਭੋਗ ਜਿਉ ਮਾਤ ਪੁੱਤ ਹੈ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜੋ ਚੋਰ ਹਿਰਤ ਨਿਸੰਗ ਮੈਗਲ ਹੈ ਕਾਮੈ ਬੰਧ ਜੋ ਗ੍ਰਸਤ ਵਿਖਈ ਤੰਧ ਜੋ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੈ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਥ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸ਼ਰਨ ਦੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰਦੇਵ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਤੀਸਰੇ ਸਾਹਿਬ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ
ਜੋਤੀ ਜੋਤ ਦਿਵਸ ਦਿਹਾੜਾ ਜਾਣਦਿਆਂ ਹੋਇਆਂ ਬੜੀ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਪਰਸਿਆਂ ਧਰਤੀ ਤੇ ਰਹਿਣ ਵਾਲੇ ਸਮਸਤ ਜੀਵਾਂ ਦੇ ਪਾਪ ਬਿਨਸ ਜਾਂਦੇ ਹਨ। ਗੁਰ ਅਮਰਦਾਸ ਪਰਸਿਆ ਪਹੁਮ ਪਾਤਕ ਬਿਨਾਸਾ ਹੈ। ਜਿਹੜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸਦੇ ਨੇ, ਪਹੁਮ ਨਾਮ ਹੁੰਦਾ ਧਰਤੀ ਦਾ। ਧਰਤੀ ਤੇ ਰਹਿਣ ਵਾਲੇ ਜੀਵਾਂ ਦੇ ਜਿਤਨੇ ਵੀ ਪਾਪ ਨੇ ਉਹ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਨਸ਼ਟ ਭ੍ਰਸ਼ਟ ਹੋ ਜਾਂਦੇ ਨੇ, ਉਹਨਾਂ ਪਾਪਾਂ ਦੀ ਨਿਵਰਤੀ ਹੋ ਜਾਂਦੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਸਿੱਧਾਂ ਨੂੰ, ਸਾਧਕਾਂ ਨੂੰ ਸਫਲਤਾ ਪ੍ਰਾਪਤ ਹੋ ਜਾਂਦੀ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਰਸਣੇ ਨਾਲ ਨਿਰਭਉ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਲੱਭ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਅਪੈ ਪਦਵੀ ਲੱਭ ਜਾਂਦੀ ਔਰ ਆਵਾਗਾਉਣ ਦਾ ਚੱਕਰ ਮਿਟ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸਿਆਂ ਔਰ ਉਹਨਾਂ ਦਾ ਧਿਆਨ ਧਾਰਨ ਕਰਨ ਨਾਲ ਜਨਮ ਮਰਨ ਕੱਟਿਆ ਜਾਂਦਾ ਹੈ। ਇਸ ਤਰ੍ਹਾਂ ਕਹਿ ਲਈਏ ਕਿ ਉਪਰੋਕਤ ਪੰਕਤੀਆਂ ਵਿੱਚ ਦੱਸੇ ਹੋਏ ਜਿਤਨੇ ਵੀ ਫਲ ਨੇ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤਿਆਂ ਪ੍ਰਾਪਤ ਹੋ ਜਾਂਦੇ ਹਨ। ਜਾਲ ਪਾ ਪਦਾਰਥ ਤੜੇ ਗੁਰ ਅਮਰਦਾਸ ਡਿਠੈ ਮਿਲਹਿ। ਇਹ ਜਿਤਨੇ ਫਲ ਕਹੇ ਗਏ ਨੇ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਪ੍ਰਾਪਤ ਹੋ ਜਾਂਦੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਭਾਰੀ ਪਰਉਪਕਾਰ ਕੀਤਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਨਗਰ ਵਸਾਇਆ ਔਰ ਤਕਰੀਬਨ 22 ਸਾਲ ਗੁਰਗੱਦੀ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ। 22 ਸਾਲ ਦੇ ਸਮੇਂ ਦੌਰਾਨ 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਨਿਮਿਤ ਭੇਜਿਆ ਔਰ ਬਹੁਤ ਸਾਰੀਆਂ ਸਤਿਕਾਰਤ ਮਾਤਾਵਾਂ ਨੂੰ ਵੀ ਮਾਣ ਪ੍ਰਦਾਨ ਬਖਸ਼ਿਸ਼ ਕੀਤਾ। ਇਸੇ ਪ੍ਰਕਾਰ ਸ੍ਰੀ ਗੋਇੰਦਵਾਲ ਸਾਹਿਬ ਜੀ ਨੂੰ ਗੁਰਸਿੱਖੀ ਦਾ ਧੁਰਾ ਇਹ ਮਾਣ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਆ। ਸਤੀ ਪ੍ਰਥਾ ਔਰ ਇਹਦੇ ਤੋਂ ਇਲਾਵਾ ਪਰਦਾ ਪ੍ਰਥਾ, ਇਹ ਜਿਹੜੀਆਂ ਸਮਾਜਿਕ ਕੁਰੀਤੀਆਂ ਸਨ ਇਹਨਾਂ ਨੂੰ ਮਹਾਰਾਜ ਜੀ ਨੇ ਦੂਰ ਕੀਤਾ। ਦਿਆਲੂ ਇੰਨੇ, ਕਿਰਪਾਲੂ ਇੰਨੇ ਕਿ ਜੇ ਤਾਪ ਨਾਲ, ਤਈਏ ਤਾਪ ਨਾਲ ਇੱਕ ਬਿਰਧ ਮਾਈ ਦਾ ਬਾਲਕ ਸ਼ਾਂਤ ਹੋਇਆ ਤਾਂ ਤਰਸ ਕੀਤਾ, ਉਸ ਬਾਲਕ ਨੂੰ ਜੀਵਨ ਦਾਨ ਦੇ ਕਰਕੇ ਤਈਆ ਤਾਪ ਬੰਨ ਲਿਆ ਔਰ ਕਈ ਦਿਨ ਉਸ ਨੂੰ ਬੰਨੀ ਰੱਖਿਆ ਔਰ ਹੁਕਮ ਕੀਤਾ ਕਿ ਜਦੋਂ ਤੱਕ ਅਸੀਂ ਇਸ ਨਗਰ ਵਿੱਚ ਰਹਿੰਦੇ ਹਾਂ ਉਦੋਂ ਤੱਕ ਇਸ ਨਗਰ ਦੇ ਵਿੱਚ ਧਰਮਰਾਜ ਦੇ ਫਰਿਸ਼ਤੇ, ਮੌਤ ਦੇ ਫਰਿਸ਼ਤੇ ਨਹੀਂ ਆਉਣਗੇ। ਐਸੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਅੱਜ ਦੇ ਦਿਨ ਸੰਗਤ ਨੂੰ ਸੱਦਿਆ। ਬਾਬਾ ਸੁੰਦਰ ਜੀ ਜੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪੜਪੋਤਰੇ ਸਨ, ਉਹਨਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਮਕਲੀ ਸੱਦ। ਰਾਮਕਲੀ ਸੱਦ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਜੋਤੀ ਜੋਤ ਸਮਾਵਣ ਦਾ ਪ੍ਰਸੰਗ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਗੱਦੀ ਦਾ ਪ੍ਰਸੰਗ ਬਾਬਾ ਸੁੰਦਰ ਜੀ ਨੇ ਆਪਣੀਆਂ ਅੱਖਾਂ ਨਾਲ ਵੇਖ ਕੇ ਲਿਖਿਆ। ਬਾਬਾ ਸੁੰਦਰ ਜੀ ਲਿਖਦੇ ਨੇ, ਉਚਾਰਦੇ ਨੇ
ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕਰਕੇ ਆਪਣੀ ਸਾਰੀ ਸਿੱਖ ਸੰਗਤ ਨੂੰ, ਪਰਿਵਾਰ ਨੂੰ ਸੱਦਿਆ। ਸਤਿਗੁਰ ਭਾਣੈ ਆਪਣਾ ਬਹਿ ਪਰਿਵਾਰ ਸਦਾਇਆ। ਭਾਣੈ ਦਾ ਮਤਲਬ ਹੁੰਦਾ ਹੁਕਮ ਕਰਕੇ ਸਾਰੇ ਪਰਿਵਾਰ ਨੂੰ ਸੱਦਾ ਭੇਜਿਆ ਵੀ ਆ ਜਾਓ। ਸਿੱਖ ਸੰਗਤਾਂ ਆ ਗਈਆਂ, ਪਰਿਵਾਰ ਆ ਗਿਆ। ਬਚਨ ਕੀਤਾ ਕਿ ਹੁਣ ਅਸੀਂ ਸੱਚਖੰਡ ਚੱਲੇ ਹਾਂ, ਅਸੀਂ ਬੈਕੁੰਠ ਧਾਮ ਨੂੰ ਚੱਲੇ ਹਾਂ, ਨਿਰੰਕਾਰ ਦੇ ਘਰ। ਜਿਹੜਾ ਕਾਰਜ ਕਰਨ ਆਏ ਸੀ ਕਰਕੇ ਵਾਪਸ ਚੱਲੇ। ਇੱਕਦਮ ਗੁਰਸਿੱਖਾਂ ਦੇ ਨੇਤਰ ਵਿਰਾਗ ਨਾਲ, ਜਲ ਨਾਲ ਛਲਕ ਆਏ। ਸਤਿਗੁਰੂ ਜੀ ਕੈਸੇ ਬਚਨ ਕਰ ਰਹੇ ਹੋ? ਮਹਾਰਾਜ ਜੀ ਨੇ ਕਿਹਾ ਇਹੀ ਸੱਤ ਹੈ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮਤਾ ਕੋਈ ਸਾਡੇ ਪਿੱਛੋਂ ਰੋਵੇ, ਜਿਹੜਾ ਰੋਵੇਗਾ ਸਾਨੂੰ ਮੂਲੋਂ ਹੀ ਚੰਗਾ ਨਹੀਂ ਲੱਗੇਗਾ। ਆਖਿਆ ਮਹਾਰਾਜ ਫਿਰ ਕੀ ਕਰੀਏ? ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਆਖਿਆ ਸਾਡੇ ਪਿੱਛੋਂ ਵੈਰਾਗਮਈ ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਕਥਾ ਕਰਨੀ, ਸੁਣਨੀ ਹੈ। ਇਹ ਕਹਿ ਕੇ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਇਆਨੰਦ ਸੁਆਮੀ ਸਾਰੀ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰਕੇ ਅੱਜ ਦੇ ਦਿਨ ਮਹਾਰਾਜ ਜੀ ਲੇਟ ਗਏ ਆਪਣੇ ਆਸਣ ਤੇ। ਉਹ ਵੇਖਦਿਆਂ ਵੇਖਦੇ ਅੱਖ ਦੇ ਫੋਰ ਵਿੱਚ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੀ ਪਦਵੀ ਨੂੰ ਪ੍ਰਾਪਤ ਹੋ ਗਏ। ਪਵਨਾ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਨਿਰਾਕਾਰ ਸਰੂਪ ਗੁਰੂ ਅਮਰਦਾਸ ਸਾਹਿਬ ਦਾ ਹੀ ਸਰੂਪ ਹੈ, ਉਸ ਨਿਰਾਕਾਰ ਸਰੂਪ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਮਾਨ ਹੋ ਗਏ ਔਰ ਆਪਣੀ ਜੋਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਿੱਚ ਰੱਖ ਦਿੱਤੀ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਤੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਇਆਨੰਦ ਸੁਆਮੀ ਦੇ ਪਾਵਨ ਜੋਤੀ ਜੋਤ ਦਿਵਸ ਤੇ ਗੁਰਦੇਵ ਦੇ ਚਰਨਾਂ ਵਿੱਚ ਬਾਰੰਬਾਰ ਕੋਟੀ ਕੋਟੀ ਪ੍ਰਣਾਮ ਨਮਸਕਾਰ ਹੈ। ਇਸੇ ਸਤਿਗੁਰਾਂ ਦੇ ਚਰਨਾਂ ਚ ਰਜੋਈ ਹੈ। ਮਹਾਰਾਜ ਜੋ ਸੇਵਾ ਕਰਨ ਦਾ ਸੰਕਲਪ ਆਪ ਜੀ ਨੇ ਆਪਣੇ ਪਵਿੱਤਰ ਪਾਵਨ ਗੁਰਬਾਣੀ ਚ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ, ਸੇਵਾ ਕਰਨ ਦਾ ਉਹ ਸੰਕਲਪ ਸਾਡੇ ਸਾਰਿਆਂ ਦੀ ਸੋਝੀ ਵਿੱਚ ਪਵੇ ਕਿ ਸੇਵਾ ਕਰਨ ਦਾ ਪ੍ਰਕਾਰ ਉਹ ਕਿਸ ਪ੍ਰਕਾਰ ਦਾ ਹੈ, ਕਿਸ ਤਰ੍ਹਾਂ ਦਾ ਹੈ। ਉਹ ਪ੍ਰਕਾਰ ਮਹਾਰਾਜ ਜੀ ਕਿਰਪਾ ਕਰੋ ਸਾਡੇ ਤੇ, ਸਾਨੂੰ ਸਮਝ ਪਵੇ, ਸਾਨੂੰ ਸਮਝ ਪਵੇ। ਹਸਤੀ ਸਿਰ ਜੋ ਅੰਕਸ ਹੈ, ਰਹਿਣ ਜੋ ਸਿਰ ਦੇ, ਮਨ ਤਨ ਆਗਾ ਰਾਖ ਕੇ ਉਹ ਵੀ ਸੇਵ ਕਰੇ। ਸਾਨੂੰ ਇਹ ਸਮਝ ਪਵੇ ਮਹਾਰਾਜ। ਇਹ ਬੇਨਤੀ ਗੁਰੂ ਚਰਨਾਂ ਚ ਕਰਨੀ ਹੈ। ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ
ਮਹਾਰਾਜ ਜੀ ਦੇ ਪਾਵਨ ਸ੍ਰੀ ਮੁਖਵਾਕ ਹੁਕਮਨਾਮੇ ਨੂੰ ਵਿਚਾਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪ੍ਰਭ ਜਨਮ ਮਰਨ ਨਿਵਾਰ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। हे ਪ੍ਰਭੂ, ਸਾਡੀ ਅਰਜ਼ੋਈ ਹੈ ਆਪ ਜੀ ਦੇ ਚਰਨਾਂ 'ਚ, ਸਾਡੀ ਅਰਦਾਸ ਹੈ ਆਪ ਜੀ ਦੇ ਚਰਨਾਂ 'ਚ। ਕੀ ਅਰਦਾਸ ਹੈ? ਮਹਾਰਾਜ ਤਰਸ ਕਰੋ, ਸਾਡਾ ਜਨਮ ਮਰਨ ਨਿਵਾਰ ਦਿਓ। ਪ੍ਰਭ ਜਨਮ ਮਰਨ ਨਿਵਾਰ। ਜਨਮ ਦਾ ਦੁੱਖ ਵੀ ਬੜਾ ਭਿਆਨਕ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਜਨਮ ਦੀ ਇਸ ਦੁੱਖ ਦੀ ਪੀੜਾ ਦਾ ਵਰਣਨ ਕੀਤਾ ਹੈ। ਕਹਿੰਦੇ ਆ, ਮਾਨਵ ਦੀ ਮੌਤ ਤੋਂ ਉਪਰੰਤ ਇਹ ਜੀਵ ਪਹਿਲਾਂ ਧਰਤੀ ਦੇ ਵਿੱਚ ਅੰਨ ਬਣ ਕੇ ਪੈਦਾ ਹੁੰਦਾ ਹੈ। ਅੰਨ ਬਣਨ ਤੋਂ ਪਹਿਲਾਂ ਇਹ ਚੰਦਰਮਾ ਦੀਆਂ ਰੇਸ਼ਮਾਂ ਵਿੱਚ ਹੁੰਦਾ ਤੇ ਚੰਦਰਮਾ ਦੀਆਂ ਰੇਸ਼ਮਾਂ ਤੋਂ, ਚੰਦਰਮਾ ਦੀਆਂ ਕਿਰਨਾਂ ਤੋਂ ਅੰਨ ਦੇ ਵਿੱਚ ਆਉਂਦਾ। ਉਹ ਅੰਨ ਪੱਕ ਕੇ ਜਦੋਂ ਤਿਆਰ ਹੁੰਦਾ ਹੈ, ਫਲੇ ਪਾ ਕੇ ਗਾਇਆ ਜਾਂਦਾ ਹੈ। ਬੜਾ ਦੁੱਖ ਉਹਨੂੰ ਸਹਾਰਨਾ ਪੈਂਦਾ ਹੈ, ਦੁੱਖ ਤੋਂ ਵੱਖਰਾ ਹੋਣਾ ਪੈਂਦਾ ਹੈ। ਫਿਰ ਉਹ ਚੱਕੀ ਵਿੱਚ ਪਾ ਕੇ ਦਰੜਿਆ ਜਾਂਦਾ ਹੈ। ਦਰੜ ਕੇ ਚੱਕੀ ਦੇ ਪੁੜਾਂ ਥੱਲੇ ਜਦੋਂ ਬਾਰੀਕ ਬਣ ਕੇ ਆਟਾ ਹੋ ਜਾਂਦਾ ਹੈ, ਫਿਰ ਉਹਨੂੰ ਪਾਣੀ ਪਾ ਕੇ ਮੁੱਕੀਆਂ ਮਾਰ-ਮਾਰ ਗੁੰਨਿਆ ਜਾਂਦਾ ਹੈ। ਉਹ ਜੀਵ ਹੀ ਹੈ। ਮੁੱਕੀਆਂ ਮਾਰ-ਮਾਰ ਜਦੋਂ ਗੁੰਨ ਕੇ ਤਿਆਰ ਕੀਤਾ, ਫਿਰ ਪੇੜੇ ਵੱਟ ਕੇ ਅੱਗ ਦੇ ਉੱਤੇ ਰੱਖ ਕੇ ਉਹਨੂੰ ਤਪਾਇਆ ਗਿਆ। ਫਿਰ ਦੰਦਾਂ ਥੱਲੇ ਚਿੱਥ ਕੇ ਬੁਰਕੀਆਂ ਨੂੰ ਅੰਦਰ ਨਿਗਲਿਆ ਗਿਆ। ਪਿਤਾ ਦੇ ਵੀਰਿਆ ਦੇ ਵਿੱਚੋਂ ਮਾਤਾ ਦੇ ਉਦਰ ਦੇ ਵਿੱਚ ਇਹਦਾ ਪ੍ਰਵੇਸ਼ ਹੋਇਆ। ਉਹੀ ਹਨ ਮਾਤਾ ਦੇ ਉਦਰ ਵਿੱਚ 9 ਮਹੀਨਿਆਂ ਤੱਕ ਵਸੰਦੋ ਕੋ ਹੱਥੜਾ ਥਾਏ, ਮੁਖ ਤਲੇ ਪੈਰ ਉੱਪਰੋ ਵਸੰਦੋ ਕੋ ਹੱਥੜਾ ਥਾਏ। ਕੋਝੀ ਥਾਂ ਤੇ ਦਾ ਨਿਵਾਸ ਹੋਇਆ। 9 ਮਹੀਨਿਆਂ ਤੱਕ ਉਸ ਗੰਦਗੀ 'ਚ ਰਹਿਣ ਤੋਂ ਬਾਅਦ ਫਿਰ ਇਹਦਾ ਜਨਮ ਹੋਇਆ ਤੇ ਜਨਮ ਦੀ ਪੀੜਾ ਨਾਲ ਵਿਆਕੁਲ ਹੋ ਗਿਆ, ਬੇਬਲ ਹੋ ਗਿਆ। ਇੱਕਦਮ ਜਨਮ ਲੈਂਦਿਆਂ ਜਦੋਂ ਸੰਸਾਰ ਦੇ ਵਿੱਚ ਪ੍ਰਵਿਰਤ ਹੁੰਦਾ ਹੈ ਤਾਂ ਇੱਕ ਵਾਰੀ ਹਾਵਾ ਭਾਵਾ ਹੋ ਜਾਂਦਾ। ਉਸ ਵੇਲੇ ਉਸ ਬਾਲਕ ਦੀ ਉਸ ਜਨਮ ਸਮੇਂ ਜੋ ਉਸ ਜੀਵ ਦੀ ਦਸ਼ਾ ਹੁੰਦੀ ਹੈ, ਉਹਦਾ ਚਿੰਤਨ ਕਰਕੇ ਵੇਖਣਾ ਚਾਹੀਦਾ। ਫਿਰ ਮੰਜੇ ਤੇ ਪਿਆ, ਸਹਾਏ ਜਿਹਾ ਹੋਇਆ, ਮਰਜ਼ੀ ਨਾਲ ਖਾ ਨਹੀਂ ਸਕਦਾ, ਭੁੱਖ ਨਾਲ ਪਿਆ, ਤੜਫਦਾ, ਮਾਂ ਤੇ ਨਿਰਭਰ ਹੈ, ਦੁੱਧ ਪਿਆਵੇ ਨਾ ਪਿਆਵੇ, ਕੰਮ 'ਚ ਵਿਅਸਤ ਹੋਵੇ। ਉਸੇ ਮੰਜੇ ਤੇ ਪਿਆ ਆਪਣਾ ਮਲ ਮੂਤਰ ਤਿਆਗਦਾ। ਉਸ ਦੁੱਖ ਦੀ ਪੀੜਾ ਦੇ ਵਿੱਚੋਂ ਥੋੜਾ ਵੱਡਾ ਹੋਇਆ। ਫਿਰ ਕਦੇ ਕੋਈ ਘੂਰ ਕੱਪੀ ਕਰ ਦਿੰਦਾ, ਸ਼ਰਾਰਤ ਕਰਦਾ, ਕਦੇ ਪਿਤਾ ਮਾਰਦਾ, ਕਦੇ ਮਾਤਾ ਘੂਰ ਕੱਪੀ ਕਰਦੀ ਹੈ। ਉਸ ਤਾੜਨਾ ਪ੍ਰਤਾੜਨਾ ਦੇ ਵਿੱਚੋਂ ਇਹਦੀ ਜ਼ਿੰਦਗੀ ਬੀਤਦੀ ਚਲੀ ਜਾਂਦੀ ਹੈ। ਪਰ ਜੋਬਨ ਦੀ ਅਵਸਥਾ ਵਿੱਚ ਧੰਦਿਆਂ 'ਚ ਵਿਸ਼ਿਆਂ ਵਿੱਚ ਪ੍ਰਵਿਰਤ ਹੋ ਕੇ ਬੁੱਢਾ ਹੋ ਜਾਂਦਾ ਹੈ। ਉਦੋਂ ਫਿਰ ਉਹੀ ਦਸ਼ਾ ਹੋ ਜਾਂਦੀ ਹੈ ਜੋ ਉਸ ਇੱਕ ਦਿਨ ਦੇ ਬਾਲਕ ਦੀ ਸੀ। ਮੌਤ ਆਈ, ਮੌਤ ਨੇ ਗਰਸ ਲਿਆ। ਫਿਰ ਚੰਦਰਮਾ ਦੀਆਂ ਰੇਸ਼ਮਾਂ 'ਚ ਜਾ ਪਹੁੰਚਿਆ, ਫਿਰ ਜਨਮ ਹੋਇਆ। ਇਹੀ ਆਵਾ ਗਾਉਣ ਦਾ ਚੱਕਰ ਚੱਲ ਰਿਹਾ। ਤੋ ਜਨਮ ਤੇ ਮਰਨ ਦੀ ਪੀੜਾ ਬੜੀ ਬੇਬਲ ਕਰਨ ਵਾਲੀ ਹੈ, ਵਿਆਕੁਲ ਕਰਨ ਵਾਲੀ।
ਕਦੇ ਗੁਰਬਾਣੀ ਵਿੱਚ ਜਨਮ ਮਰਨ ਦੀ ਇਸ ਪੀੜਾ ਤੋਂ ਮੁਕਤ ਹੋਣ ਲਈ ਬਾਰੰਬਾਰ ਅਰਜ਼ੋਈ। ਮਹਾਰਾਜ ਕਿਰਪਾ ਕਰੋ, ਸਾਡਾ ਜਨਮ ਮਰਨ ਨਿਵਾਰ ਦੇ। ਅਸੀਂ ਤੁਹਾਡੀ ਸ਼ਰਨ ਚ ਆਵਣ ਜਾਣ ਤੋਂ ਰਹਿਤ ਹੋ ਜਾਈਏ, ਆਵਾ ਗਾਉਣ ਤੋਂ ਰਹਿਤ ਹੋ ਜਾਈਏ, ਜਨਮ ਮਰਨ ਤੋਂ ਰਹਿਤ ਹੋ ਜਾਈਏ। ਮਹਾਰਾਜ ਕਿਰਪਾ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ। ਪ੍ਰਭ ਜਨਮ ਮਰਨ ਨਿਵਾਰ, ਸਾਡਾ ਜਨਮ ਤੇ ਮਰਨ ਨਿਵਾਰ ਦਿਓ। ਹਾਰ ਪਰਿਓ ਦੁਆਰ। ਮਹਾਰਾਜ ਤੁਹਾਡੇ ਦੁਆਰ ਤੇ ਹਾਰ ਕੇ ਢਹਿ ਕੇ ਪੈ ਗਏ ਆ। ਹੁਣ ਨਹੀਂ ਸਾਡਾ ਕੋਈ ਜ਼ੋਰ, ਸਾਡਾ ਕੋਈ ਵਸ ਨਹੀਂ, ਹਾਰ ਕੇ ਆ ਗਏ, ਹਾਰ ਕੇ। अब हम चले ठाकुर पहार, 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 अब हम चले ठाकुर पहार। महाराज हार के तुहाडी शरण च आ पिया, साडे कोल नहीं कोई जोर ताण। महाराज साडे विच नहीं कोई बल कि असीं आप अपनी स्वै इच्छा नाल कुछ कर सकीए। हे स्वामी ਅਸੀਂ ਤੁਹਾਡੇ ਚਰਨ ਕਮਲਾਂ ਦੀ ਸ਼ਰਨ ਚ ਹਾਰ ਕੇ ਢਹਿ ਪਏ ਹਾਂ। ਗਹਿ ਚਰਨ ਸਾਧੂ ਸੰਗ। ਇਹ ਭਾਈ ਇਹ ਅਵਸਥਾ ਬਣਾਓ ਆਪਣੀ, ਸਾਧੂ ਜਨਾਂ ਦੇ ਚਰਨਾਂ ਦਾ ਸੰਗ ਗ੍ਰਹਿਣ ਕਰੋ। ਇਹ ਬੜੀ ਵੱਡੀ ਬਰਕਤ ਹੈ, ਇਹ ਬੜਾ ਵੱਡਾ ਤੀਰਥ ਇਸ਼ਨਾਨ ਹੈ, ਜਿਵੇਂ ਕੱਲ ਵੀ ਮਹਾਰਾਜ ਜੀ ਨੇ ਫਰਮਾਇਆ ਹੈ। साधु जना दी संगत दे चरण ओ ग्रहण करो, यानी कि साध संगत करो। मन मिष्ट हर हर रंग। फिर की होवेगा जदों साध संगत करांगे, फिर इस मन नूं हरि अकाल पुरख वाहिगुरु परमेश्वर दे नाम दा रंग मिठा लगेगा। मिष्ट जिवें जिवें साध संगत करांगे तिवें तिवें नाम मिठा लगेगा, हरि नाम प्यारा लगेगा। इस करके कहंदे भाई साध संगत ग्रहण करो, इत्थे आण के फिर मन नूं वाहिगुरु परमेश्वर दा नाम मिठा लगेगा, प्यारा लगेगा। कर दया लेहो लड़ लाए। हे मेरे स्वामी मेरे ते दया करो, तरस करो। महाराज मैनू अपने लड़ ला लो, तरस करो। महाराज मैनू अपने पल्ले नाल ला लो। स्वामी जी भटकदे फिरदे अन्नियां नूं रस्ता नहीं सुझदा, किरपा करो महाराज सानू आसरा बख्श दिओ। मैं अंध लेके टेक तेरा नाम खुंदकारा। महाराज किरपा करो अपना लड़ बख्श दिओ, यानी कि अपना आसरा बख्श दिओ, सानू अपने आसरे ला लवो। नानक नाम ते आए। धन श्री गुरु अर्जन देव साहब फरमाउंदे हन कि मैं उस वाहिगुरु परमेश्वर दा नाम धिआउंदा हां। महाराज जदों तुसीं मैनू अपने लड़ ला लवोगे, फिर मैं तुहाडा नाम ही धिआउंदा रहांगा, तुहाडे नाम दी ही आराधना करदा रहांगा। दीना नाथ दयाल मेरे स्वामी, दीना नाथ दयाल। हे दीना दे नाथ, दया दे घर मेरे स्वामी जी, तुसी संसार दे जितने दीन प्राणी ने सब दे नाथ हो, सब ते दया करन वाले दयाल हो। जाचो संत रवाल। मैं तुहाडे चरणां दी शरण चों दान मंगदा, किरपा करके मैनू संत जनां दे चरणां दी धूड़ बख्श दिओ स्वामी जी। जाचो संत रवाल। महाराज ਜਿਹੜੇ ਤੁਹਾਡੇ ਨਾਮ ਜਪਣ ਵਾਲੇ ਸਾਧੂ ਜਨ ਹਨ,
ਮੈਨੂੰ ਉਹਨਾਂ ਦੇ ਚਰਨਾਂ ਦੀ ਰਵਾਲ ਧੂੜੀ ਬਖਸ਼ ਦਿਓ। ਰਹਾਉ ਸੰਸਾਰ ਵਿਖਿਆ ਕੂਪ। ਆ ਜਿਹੜਾ ਸੰਸਾਰ ਹੈ ਨਾ, ਇਹ ਜ਼ਹਿਰ ਦਾ ਖੂਹ ਹੈ। ਵਿਖਿਆ ਕੂਪ, ਵਿਖਿਆ ਕਹਿੰਦੇ ਨੇ ਜ਼ਹਿਰ ਨੂੰ। ਵਿਖ ਹੁਣ ਕੋਈ ਆਖੇ ਜੇ ਸੰਸਾਰ ਜ਼ਹਿਰ ਦਾ ਖੂਹ ਹੈ, ਫਿਰ ਇਹਦੇ ਚ ਰਹਿਣਾ ਕੰਨ। ਪਾਤਸ਼ਾਹ ਕਹਿੰਦੇ ਵੀ ਜਿੱਥੇ ਸੰਸਾਰ ਵਿੱਚ ਜ਼ਹਿਰ ਦਾ ਖੂਹ ਹੈ, ਉੱਥੇ ਸੰਸਾਰ ਦੇ ਵਿੱਚ ਅੰਮ੍ਰਿਤ ਵੀ ਹੈ। ਪਰ ਆਮ ਕਰਕੇ ਲੋਕਾਂ ਨੂੰ ਜ਼ਹਿਰ ਚੰਗਾ ਲੱਗਦਾ, ਅੰਮ੍ਰਿਤ ਕੌੜਾ ਲੱਗਦਾ। ਅੰਮ੍ਰਿਤ ਚੰਗਾ ਨਹੀਂ ਲੱਗਦਾ। ਇਹ ਕਲਯੁਗੀ ਪ੍ਰਵਿਰਤੀ, ਇਹ ਕਲਯੁਗ ਦੇ ਪ੍ਰਭਾਵ ਵਾਲੀ ਪ੍ਰਵਿਰਤੀ। ਸੰਸਾਰ ਦੇ ਇਸ ਦਰਖਤ ਨੂੰ ਪਰਮੇਸ਼ਰ ਨੇ ਦੋਵੇਂ ਹੀ ਫਲ ਲਾਏ ਨੇ, ਅੰਮ੍ਰਿਤ ਦਾ ਵੀ ਔਰ ਜ਼ਹਿਰ ਦਾ ਵੀ। ਇਹ ਨਿਰਭਰ ਹੈ ਇਸ ਮਨੁੱਖ ਤੇ, ਜੀਵ ਤੇ, ਕਿ ਜ਼ਹਿਰ ਦਾ ਫਲ ਭਖਦਾ ਕਿ ਅੰਮ੍ਰਿਤ ਦਾ। ਪਰ ਅੰਮ੍ਰਿਤ ਕੌਰਾ ਵੇਖਿਆ ਮੀਠੀ, ਸਾਖਤ ਕੀ ਬਿਦ ਨੈਣ ਡੀਠੀ। ਮੈਂ ਸਾਖਤਾਂ ਤੇ ਦੁਰਜਨਾਂ ਦੀ ਬਿਰਤੀ ਵੇਖੀ ਆਪਣੀਆਂ ਅੱਖਾਂ ਨਾਲ। ਮਹਾਰਾਜ ਜੀ ਕਹਿੰਦੇ ਮੈਂ ਵੇਖਿਆ ਹੈ ਸਾਖਤਾਂ ਨੂੰ, ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਤੇ ਜ਼ਹਿਰ ਮਿੱਠਾ ਲੱਗਦਾ ਹੈ। ਉਹਨਾਂ ਨੂੰ ਸਤਸੰਗ ਕੌੜੀ ਲੱਗਦੀ ਹੈ, ਉਹਨਾਂ ਨੂੰ ਕੁਸੰਗਤ ਮਿੱਠੀ ਲੱਗਦੀ ਹੈ। ਉਹਨਾਂ ਨੂੰ ਪਰਮੇਸ਼ਰ ਦਾ ਭਜਨ ਕੌੜਾ ਲੱਗਦਾ ਹੈ, ਪਰ ਕਿਸੇ ਦੀ ਨਿੰਦਾ ਕਰਨੀ ਬੜੀ ਮਿੱਠੀ ਲੱਗਦੀ ਹੈ। ਇਹ ਸਾਖਤਾਂ ਦੀ ਬਿਰਤੀ। ਹੁਣ ਜਦੋਂ ਜ਼ਹਿਰ ਦੇ ਵਿੱਚ ਹੀ ਗਰਸਿਆ ਹੋਇਆ ਹੈ, ਫਿਰ ਬੇਨਤੀਆਂ ਕਰੇ, ਮਹਾਰਾਜ ਕਿਰਪਾ ਕਰੋ, ਇਹ ਸੰਸਾਰ ਜ਼ਹਿਰ ਦਾ ਖੂਹ ਹੈ ਔਰ ਇਸ ਜ਼ਹਿਰ ਦੇ ਖੂਹ ਵਿੱਚ ਮੈਂ ਗਰਕ ਹੋ ਰਿਹਾ। ਹਮ ਅਗਿਆਨ ਮੋਹਤ ਕੂਪ। ਇਸ ਜ਼ਹਿਰ ਦੇ ਖੂਹ ਵਿੱਚ ਅਗਿਆਨਤਾ ਦਾ ਤਮ ਹਨੇਰਾ, ਔਰ ਉਹ ਵੀ ਘੁੱਪ ਹਨੇਰਾ। ਆਹਾ, ਘੁੱਪ ਯਾਨੀ ਕਿ ਕੁਝ ਵੀ ਨਹੀਂ ਦਿਸਦਾ। ਇੰਨਾ ਘੁੱਪ ਹਨੇਰਾ ਕਿ ਮੈਂ ਆਪਣਾ ਹੱਥ ਪਸਾਰਾਂ ਫਿਰ ਵੀ ਨਾ ਦਿਸੇ। ਇਹੋ ਜਿਹਾ ਅਗਿਆਨਤਾ ਦਾ ਘੁੱਪ ਹਨੇਰਾ ਮਹਾਰਾਜ ਸੰਸਾਰ ਰੂਪੀ ਖੂਹ ਵਿੱਚ ਹੈ, ਜਿਹਦੇ ਚ ਮੈਂ ਡਿੱਗਾ ਹੋਇਆ। ਕਹਿ ਪੂਜਾ ਪ੍ਰਭ ਜੀ ਲੈ ਹੋ। ਇਹ ਮੇਰੇ ਰੱਬ ਜੀ, ਮੇਰੀ ਬਾਹ ਫੜ ਲੋ ਤੇ ਮੈਨੂੰ ਕੱਢ ਲੋ ਖੂਹ ਵਿੱਚੋਂ। ਗਹਿ ਪੂਜਾ ਪ੍ਰਭ ਜੀ ਲੈ ਹੋ। ਮਹਾਰਾਜ ਮੇਰੀ ਬਾਹ ਫੜ ਲੋ, ਇਸ ਖੂਹ ਦੇ ਵਿੱਚੋਂ ਖਿੱਚ ਲੋ, ਮੈਨੂੰ ਬਾਹਰ ਕੱਢ ਲੋ ਮਹਾਰਾਜ। ਜਿਵੇਂ ਭਾਈ ਮੰਝ ਨੂੰ ਕੱਢਿਆ ਸੀ ਨਾ, ਕੱਢ ਲੋ ਮਹਾਰਾਜ, ਤਰਸ ਕਰੋ, ਦਇਆ ਕਰੋ, ਸਾਡੀ ਬਾਹ ਫੜੋ ਮਹਾਰਾਜ, ਇਸ ਅੰਨੇ ਖੂਹ ਦੇ ਵਿੱਚੋਂ ਸਾਨੂੰ ਕੱਢ ਲਵੋ। ਹਰ ਨਾਮ ਆਪਣਾ ਦੇਹੋ। ਕਿਵੇਂ ਕੱਢੋਗੇ? ਆਪਣਾ ਨਾਮ ਦਿਓ। ਜਦੋਂ ਮਹਾਰਾਜ ਜੀ ਤੁਸੀਂ ਆਪਣਾ ਨਾਮ ਦਿਓਗੇ ਤੇ ਇਹੀ ਸਾਡੇ ਲਈ ਤੁਹਾਡੀ ਬਾਹ ਹੈ ਜੋ ਅਸੀਂ ਪਕੜਨੀ। ਕਿਰਪਾ ਕਰੋ ਮਹਾਰਾਜ, ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਪ੍ਰਭ ਤੁਝ ਬਿਨਾ ਨਹੀਂ ਠਾਓ। ਇਹ ਮੇਰੇ ਪ੍ਰਭੂ ਜੀ, ਮੈਨੂੰ ਤੁਹਾਡੇ ਬਿਨਾ ਕੋਈ ਦੂਜੀ ਥਾਂ ਨਹੀਂ ਹੈ। ਮੈਂ ਕਿੱਥੇ ਜਾਵਾਂ? ਕਿਸ ਹੀ ਕੋਈ ਕੋਏ, ਮੰਝ ਨਿਵਾਣੀ ਇੱਕ ਤੂੰ। ਮਹਾਰਾਜ ਤੁਹਾਡੇ ਬਿਨਾ ਮੇਰਾ ਕੋਈ ਆਸਰਾ ਨਹੀਂ, ਕੋਈ ਥਾਂ ਨਹੀਂ। ਮੈਂ ਨਥਾਵੇਂ ਨੂੰ ਤੁਹਾਡੇ ਚਰਨਾਂ 'ਚ ਹੀ ਥਾਂ ਹੈ। ਨਾਨਕਾ ਬਲ ਬਲ ਜਾਓ। ਇਹ ਮੇਰੇ ਰੱਬ ਜੀ, ਮੇਰੇ ਸੋਹਣੇ ਸੁਆਮੀ ਜੀ, ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂ, ਮੈਂ ਵਾਰੇ ਵਾਰੇ ਜਾਵਾਂ ਮੇਰੇ ਸੁਆਮੀ, ਮੈਂ ਤੁਹਾਡੇ ਤੋਂ ਕੁਰਬਾਨ ਹੋ ਜਾਵਾਂ। ਲੋਭ ਮੋਹੇ ਬਾਧੀ ਦੇਹ। ਮਹਾਰਾਜ ਮੇਰੀ ਇਹ ਦੋਏ ਲੋਭ ਤੇ ਲਾਲਚ ਦੇ ਵਿੱਚ ਬੱਧੀ ਹੋਈ ਹੈ, ਮੋਹ ਵਿੱਚ ਬੱਧੀ ਹੋਈ ਹੈ। ਮੈਂ ਲੋਭ ਕਰਕੇ, ਮੋਹ ਕਰਕੇ ਬੰਨਿਆ ਹੋਇਆ ਹਾਂ। ਬਿਨ ਭਜਨ ਹੋਵਤ ਖੇਹ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਦੇਹ ਖੇ ਹੁੰਦੀ ਜਾ ਰਹੀ ਹੈ। ਖੇ ਦਾ ਮਤਲਬ ਕਿਸੇ ਕੰਮ ਦੀ ਨਹੀਂ ਹੋ ਰਹੀ, ਖੇ ਹੁੰਦੀ ਚਲੀ ਜਾ ਰਹੀ ਹੈ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਦੇਹ। ਜਮਦੂਤ ਮਹਾ ਭਿਆਨ। ਸੱਜਣਾ,
ਜਮਦੂਤ ਬੜੇ ਭਿਆਨਕ ਨੇ, ਜਮਰਾਜ ਬੜੇ ਹੀ ਭਿਆਨਕ ਹਨ। ਚਿਤ ਗੁਪਤ ਕਰਮ ਹੈ ਜਾਨ। ਮਾਤਾ ਤੇਰੇ ਮਨ 'ਚ ਭੁਲੇਖਾ ਹੋਵੇ ਵੀ ਤੇਰਾ ਕਿਹੜਾ ਪਤਾ ਲੱਗਣਾ ਉਹਨਾਂ ਨੂੰ, ਤੇਰੇ ਹਰ ਕਰਮ ਨੂੰ ਚਿੱਤਰ ਤੇ ਗੁਪਤ ਜਾਣਦੇ ਹਨ। ਜੋ ਤੈਂ ਕੀਤਾ ਉਹ ਚਿੱਤ ਤੇ ਗੁਪਤ, ਚਿੱਤਰ ਗੁਪਤ, ਉਹ ਤੇਰੇ ਕਰਮਾਂ ਨੂੰ ਵੇਖਦੇ ਨੇ, ਤੇਰੇ ਕਰਮਾਂ ਨੂੰ ਜਾਣਦੇ ਨੇ। ਦਿਨ ਰੈਨ ਸਾਖ ਸੁਨਾਏ। ਉਹ ਦਿਨ ਰਾਤ ਦੀ ਗਵਾਹੀ ਭਰਦੇ ਆ, ਧਰਮ ਰਾਏ ਦੀ ਕਚਹਿਰੀ 'ਚ ਸਿੱਧਾ ਦੱਸਦੇ ਆ ਵੀ ਇਹਨੇ ਆਹ ਦਿਨੇ ਕੰਮ ਕੀਤੇ ਨੇ, ਆਹ ਰਾਤ ਨੂੰ ਕੀਤੇ ਆ। ਦਿਨੇ ਯਾਨੀ ਕਿ ਲੋਕਾਂ ਦੇ ਸਾਹਮਣੇ ਆਹ ਕੀਤੇ ਨੇ, ਰਾਤ ਦਾ ਮਤਲਬ ਜਿਹੜੇ ਲੋਕਾਂ ਤੋਂ ਲੁਕਾ ਕੇ ਕੀਤੇ ਨੇ, ਉਹ ਆਹ ਕਰਮ ਨੇ ਇਹਦੇ। ਕੱਲੀ ਕੱਲੀ ਗਵਾਹੀ ਦੇਣੀ ਆ ਉਹਨਾਂ ਨੇ। ਜੇ ਕਹੇ ਜੀ ਮੈਂ ਤਾਂ ਨਹੀਂ ਕੀਤੇ, ਉਹਨਾਂ ਨੇ ਸੀਸੀ ਜਿਹੜੇ ਹੁੰਦੇ ਆ ਨਾ ਕੈਮਰੇ, ਉਹ ਵਿਖਾ ਦੇਣੇ, ਆਹ ਲੈ ਸੱਜਣਾ ਤੂੰ ਹੀ ਆ ਨਾ, ਹੋਰ ਤਾਂ ਨਹੀਂ ਕੋਈ। ਫਿਰ ਮੁਕਰਨ ਨਹੀਂ ਦਿੰਦੇ ਜਦੋਂ ਤਗੜੇ ਹੱਥ ਪਾਉਂਦੇ ਆ ਉਹ। ਹਾਂਜੀ, ਨਾਨਕ ਹਰ ਸ਼ਰਨਾਏ। ਏ ਹਰੀ ਮੈਂ ਤੇਰੀ ਸ਼ਰਨ ਚਾਹਾਂ, ਏ ਸੁਆਮੀ ਮੈਨੂੰ ਰੱਖ ਲੈ ਇਹਨਾਂ ਲੇਖਿਆਂ ਜੋਖਿਆਂ ਤੋਂ, ਮੈਨੂੰ ਰੱਖ ਲੋ ਇਹਨਾਂ ਜਮਦੂਤਾਂ ਤੋਂ। ਆਪ ਜੀ ਦੀ ਸ਼ਰਨ ਵਿੱਚ ਹਾਂ, ਮੈਨੂੰ ਆਪਣੀ ਪਨਾਹ 'ਚ ਹੀ ਰੱਖੋ ਮਹਾਰਾਜ, ਆਪਣੀ ਸ਼ਰਨ ਵਿੱਚ ਹੀ ਰੱਖੋ। ਭੈ ਭੰਜਨਾ ਮੁਰਾਰ। ਇਹ ਭੈ ਨੂੰ ਭੰਨਣ ਵਾਲੇ, ਤਾਨਵਾਂ ਤੇ ਰਾਖਸ਼ਾਂ ਦਾ ਨਾਸ਼ ਕਰਨ ਵਾਲੇ ਸੁਆਮੀ ਜੀ, ਕਰ ਦਇਆ ਪਤਿਤ ਉਦਾਰ। ਮੇਰੇ ਤੇ ਦਇਆ ਕਰੋ, ਮੈਨੂੰ ਪਤਿਤ ਨੂੰ ਇਹ ਸੰਸਾਰ ਤੋਂ ਉਧਾਰੋ, ਮੁਕਤ ਕਰੋ। ਮੇਰੇ ਦੁੱਖ ਗਨੇ ਨਾ ਜਾਹੇ। ਮਹਾਰਾਜ ਮੈਂ ਏਡਾ ਵੱਡਾ ਅਪਰਾਧੀ ਆ ਵੀ ਮੇਰੇ ਦੋਸ਼ ਗਿਣੇ ਨਹੀਂ ਜਾਂਦੇ। ਮੇਰੇ ਜਿਹੜੇ ਗੁਨਾਹ ਨੇ ਜੋ ਗਿਣਤੀ ਵਿੱਚ ਲਿਆਈਏ ਤੇ ਮਹਾਰਾਜ ਗਿਣੇ ਨਹੀਂ ਜਾਂਦੇ। ਹਰ ਬਿਨਾ ਕਤਹਿ ਸਮਾਹੇ। ਤੇ ਮਹਾਰਾਜ ਤੁਹਾਡੇ ਬਿਨਾ ਮੇਰੀ ਕਿਤੇ ਸਮਾਈ ਵੀ ਨਹੀਂ ਹੋਣੀ, ਤੁਹਾਡੇ ਬਿਨਾ ਮੇਰੀ ਕਿਤੇ ਸਮਾਈ ਨਹੀਂ ਹੋਣੀ, ਕਿਸੇ ਨਹੀਂ ਰੱਖਣਾ ਮੈਨੂੰ। ਮਹਾਰਾਜ ਅਸੀਂ ਜਿਹੋ ਜਿਹੇ ਵੀ ਹਾਂ, ਨਿਕੰਮੇ ਹਾਂ, ਨਚੀਜ ਹਾਂ, ਔਗਣਾਂ ਦੇ ਭਰੇ ਹਾਂ, ਸਾਡੀ ਸਮਾਈ ਤੁਹਾਡੇ ਚਰਨਾਂ 'ਚ ਹੀ ਹੋ ਸਕਦੀ ਹੈ। ਹੋਰ ਤਾਂ ਸਾਨੂੰ ਕੋਈ ਆਪਣੇ ਦਰਵਾਜ਼ੇ ਦੀ ਦਹਲੀਜ਼ ਨਾ ਲੰਘਣ ਦੇਵੇ ਮਹਾਰਾਜ। ਜਿਹੋ ਜੀ ਸਾਡੀ ਦਸ਼ਾ ਹੈ, ਜਿਹੋ ਜਿਹੇ ਸਾਡੇ ਗੁਨਾਹ ਨੇ, ਔਗਣ ਨੇ, ਤੁਹਾਡੇ ਬਿਨਾਂ ਨਹੀਂ ਮਹਾਰਾਜ ਸਾਡੀ ਕਿਤੇ ਸਮਾਈ ਹੋਣੀ। ਸਾਨੂੰ ਤਾਂ ਸ਼ੂਦਰ ਕਹਿ ਕੇ ਬਾਂਹ ਫੜ ਕੇ ਉਠਾ ਦਿੰਦੇ ਹੋ, ਤੂੰ ਸਾਡੇ ਮੰਦਿਰ ਦੇ ਕੋਲ ਕੀ ਕਰਦਾ, ਚੱਲ ਇੱਥੋਂ। ਮਹਾਰਾਜ ਬਾਜਾਂ ਵਾਲੇ ਸੁਆਮੀ, ਤੁਹਾਡੇ ਬਿਨਾਂ ਸਾਡੀ ਕਿਤੇ ਸਮਾਈ ਹੋਣੀ ਸੀ। ਇਹੋ ਜਿਹਾ ਗਰੀਬਾਂ ਨਿਮਾਣਿਆਂ ਦੇ ਸਿਰਾਂ ਤੇ ਹੱਥ ਧਰ ਕੇ ਆਖਿਆ, ਨ ਗਰੀਬ ਸਿੱਖਣ ਕੋ ਦੇਹੂੰ ਪਾਤਸ਼ਾਹੀ। ਮਹਾਰਾਜ ਸਾਨੂੰ ਤਾਂ ਪੱਗ ਬੰਨਣ ਦਾ ਹੁਕਮ ਨਹੀਂ ਸੀ, ਸਾਨੂੰ ਤਾਂ ਗਾਤਰੇ 'ਚ ਤਲਵਾਰ ਪਾਉਣ ਦਾ ਹੁਕਮ ਨਹੀਂ ਸੀ। ਮਹਾਰਾਜ ਤੁਹਾਡੇ ਬਿਨਾਂ ਸਾਡੀ ਕਿੱਥੇ ਸਮਾਈ ਹੋਣੀ ਹੈ ਗਰੀਬ ਨਵਾਜ਼। ਜਿਹੋ ਜਿਹੇ ਅਸੀਂ ਗੁਨਹਗਾਰ ਹਾਂ, ਜਿਹੋ ਜਿਹੇ ਅਸੀਂ ਅਪਰਾਧਾਂ ਨਾਲ ਭਰੇ ਹੋਏ ਹਾਂ, ਸਾਡੀ ਸਮਾਈ ਮਹਾਰਾਜ ਜੀ ਤੁਹਾਡੇ 'ਚ ਹੀ ਹੋਣੀ ਹੈ। ਹਾਂਜੀ, ਗਹਿ ਓਟ ਚਿਤ ਵਿਨਾਥ। ਇਹ ਸੁਆਮੀ ਮੈਂ ਤੁਹਾਡੀ ਓਟ ਨੂੰ ਗ੍ਰਹਿਣ ਕੀਤਾ, ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ। ਨਾਨਕਾ ਦੇ ਰੱਖ ਹੱਥ। ਇਹ ਮੇਰੇ ਸੁਆਮੀ ਜੀ ਮੈਨੂੰ ਆਪਣਾ ਹੱਥ ਦੇ ਕੇ ਰੱਖ ਲਓ ਮਹਾਰਾਜ, ਆਪਣਾ ਹੱਥ ਦੇ ਕੇ ਰੱਖ ਲਓ ਸੁਆਮੀ ਜੀ। ਹੱਥ ਦੇ ਰਾਖੇ ਕਰੇ ਆਪਣੇ ਮਹਾਰਾਜ, ਆਪਣਾ ਹੱਥ ਦੇ ਕੇ ਰੱਖ ਲਓ। ਹਰ ਗੁਣ ਨਿਧੇ ਗੋਪਾਲ। ਇਹ ਹਰੀ ਤੂੰ ਗੁਣਾਂ ਦਾ ਖਜ਼ਾਨਾ, ਤੂੰ ਸਾਰੇ ਸੰਸਾਰ ਦੇ ਜੀਆਂ ਨੂੰ ਪਾਲਣ ਵਾਲਾ ਪਾਲਣਹਾਰ ਹੈ। ਸਰਬ ਘਟ ਪ੍ਰਤਪਾਲ। ਸੰਸਾਰ ਦੇ ਜਿਤਨੇ ਘਟ ਨੇ ਸਭ ਨੂੰ ਪਾਲਣ ਵਾਲਾ, ਸਰਬ ਘਟਾ ਪ੍ਰਤਪਾਲ। ਤੂੰ ਸਰਬ ਘਟਾਂ ਨੂੰ ਪਾਲਣ ਵਾਲਾ ਪਾਲਣਹਾਰ ਹੈ। ਮਨ ਪ੍ਰੀਤ ਦਰਸ਼ਨ ਪਿਆਸ। ਮਹਾਰਾਜ ਮੇਰੇ ਮਨ 'ਚ ਤੁਹਾਡੀ ਪ੍ਰੀਤ ਹੈ ਔਰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ, ਹੋਰ ਨਹੀਂ ਕੋਈ ਕਾਂਖਾ। ਮਨ 'ਚ ਪ੍ਰੇਮ ਹੈ ਆਪ ਜੀ ਦਾ ਔਰ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ। ਗੋਬਿੰਦ ਪੂਰਨ ਆਸ। ਇਹ ਮੇਰੇ ਗੋਬਿੰਦ ਜੀ ਮੇਰੀ ਆਸ ਪੂਰੀ ਕਰ ਦਿਓ, ਮੇਰੇ ਮਨ ਦੀ ਆਸ ਪੂਰਨ ਕਰ ਦਿਓ ਮੇਰੇ ਸੁਆਮੀ ਜੀ। ਇੱਕ ਨਿਮਖ ਰਹਿਣ ਨਾ ਜਾਏ। ਮਹਾਰਾਜ ਮੈਂ ਤਾਂ ਇੱਕ ਨਿਮਖ ਮਾਤਰ ਵੀ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦਾ। ਇੱਕ ਨਿਮਖ ਮਾਤਰ ਦਾ ਸਮਾਂ ਵੀ
ਮਹਾਰਾਜ ਤੁਹਾਡੇ ਬਿਨਾ ਨਹੀਂ ਰਿਹਾ ਜਾਂਦਾ। ਵੱਡ ਭਾਗ ਨਾਨਕ ਪਾਏ। ਵੱਡਿਆਂ ਭਾਗਾਂ ਵਾਲਿਆਂ ਨੂੰ ਮਹਾਰਾਜ ਜੀ ਦਾ ਸੰਗ ਪ੍ਰਾਪਤ ਹੁੰਦਾ ਹੈ। ਵੱਡੇ ਭਾਗਾਂ ਵਾਲਿਆਂ ਨੂੰ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਪ੍ਰਾਪਤ ਹੁੰਦੇ ਹਨ। ਪ੍ਰਭ ਤੁਝ ਬਿਨਾ ਨਹੀਂ ਹੋਰ। ਏ ਪ੍ਰਭੂ ਤੁਹਾਡੇ ਬਿਨਾ ਮੇਰਾ ਹੋਰ ਕੋਈ ਨਹੀਂ। ਮਨ ਪ੍ਰੀਤ ਚੰਦ ਚਕੋਰ। ਮੇਰੇ ਮਨ 'ਚ ਏਦਾਂ ਪ੍ਰੀਤ ਆ ਤੁਹਾਡੇ ਨਾਲ ਜਿਵੇਂ ਚੰਨ ਨੂੰ ਵੇਖ ਕੇ ਚਕੋਰ ਅੰਦਰ ਪ੍ਰੀਤ ਪੈਦਾ ਹੁੰਦੀ ਹੈ। ਜਿਵੇਂ ਚਕੋਰ ਚੰਨ ਨਾਲ ਪ੍ਰੀਤ ਕਰਦਾ ਮਹਾਰਾਜ, ਮੈਂ ਇਸ ਤਰ੍ਹਾਂ ਤੁਹਾਡੇ ਚਰਨਾਂ ਨਾਲ ਪ੍ਰੀਤ ਕਰਦਾ ਹਾਂ। ਜਿਉ ਮੀਨ ਜਲ ਸਿਓ ਹੇਤ। ਮਹਾਰਾਜ ਮੇਰੀ ਇਹੋ ਜੀ ਪ੍ਰੀਤ ਆਪ ਜੀ ਦੇ ਚਰਨਾਂ ਨਾਲ ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੁੰਦੀ ਹੈ। ਉਹ ਪਾਣੀ ਤੋਂ ਵੱਖਰੀ ਨਹੀਂ ਰਹਿ ਸਕਦੀ। ਜਿਸ ਪ੍ਰਕਾਰ ਨਾਲ ਪਾਣੀ ਤੋਂ ਬਿਨਾਂ ਉਹ ਤੜਫ ਮਰਦੀ ਹੈ, ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਵੀ ਤੜਫ ਮਰਦਾ ਹਾਂ। ਤੁਹਾਡੇ ਚਰਨਾਂ ਨਾਲ ਇਸ ਤਰ੍ਹਾਂ ਦੀ ਪ੍ਰੀਤ ਹੈ ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ। ਹਲ ਕਮਲ ਭਿੰਨ ਨਾ ਭੇਤ। ਜਿਵੇਂ ਭੌਰਾ ਕਮਲ ਦੇ ਫੁੱਲ ਨਾਲ ਪ੍ਰੀਤ ਕਰਦਾ, ਉਹਦੇ ਤੋਂ ਭਿੰਨ ਨਹੀਂ ਹੁੰਦਾ, ਵੱਖਰਾ ਨਹੀਂ ਹੁੰਦਾ, ਸਾਰਾ ਦਿਨ ਮਡਰਾਉਂਦਾ, ਉਹਦੇ ਤੇ ਮਰ ਮੁੱਕ ਜਾਂਦਾ, ਆਪਣਾ ਆਪ ਉਸ ਕਮਲ ਦੇ ਫੁੱਲ ਤੇ ਨਿਛਾਵਰ ਕਰ ਦਿੰਦਾ ਭਵਰਾ। ਮਹਾਰਾਜ ਏਦਾਂ ਮੇਰੀ ਆਪ ਜੀ ਦੇ ਚਰਨਾਂ ਨਾਲ ਪ੍ਰੀਤ ਹੈ, ਤੁਹਾਡੇ ਤੋਂ ਵੱਖਰਾ ਨਹੀਂ ਮੈਂ ਰਹਿ ਸਕਦਾ, ਤੁਹਾਡੇ ਤੋਂ ਭਿੰਨ ਹੋ ਕੇ ਨਹੀਂ ਮੈਂ ਰਹਿ ਸਕਦਾ। ਜਿਉ ਚੱਕਵੀ ਸੂਰਜ ਆਸ। ਆਹ ਜਿਵੇਂ ਚੱਕਵੀ ਸੂਰਜ ਨਾਲ ਆਸ ਰੱਖਦੀ ਹੈ ਨਾ, ਉਹਦੇ ਨਾਲ ਉਹਦੀ ਪ੍ਰੀਤ ਹੈ। ਨਾਨਕ ਚਰਨ ਪਿਆਸ। ਮਹਾਰਾਜ ਇਸੇ ਤਰ੍ਹਾਂ ਤੁਹਾਡੇ ਚਰਨਾਂ ਨਾਲ ਮੇਰੀ ਪਿਆਸ ਬਣੀ ਹੋਈ ਹੈ। ਮੇਰੇ ਹਿਰਦੇ ਵਿੱਚ ਤੁਹਾਡੇ ਚਰਨਾਂ ਦੀ ਪ੍ਰੀਤ ਬਣੀ ਹੋਈ ਹੈ, ਤੁਹਾਡੇ ਦਰਸ਼ਨਾਂ ਦੀ ਪਿਆਸ ਬਣੀ ਹੋਈ ਹੈ। ਜਿਉ ਤਰੁਣ ਭਰਤ ਪੁਰਾਨ। ਤਰੁਣ ਕਹਿੰਦੇ ਨੇ ਜਵਾਨ ਇਸਤਰੀ ਨੂੰ, ਜੈਸੇ ਆਪਣੇ ਭਰਤੇ ਪਤੀ ਨਾਲ ਪ੍ਰੇਮ ਹੁੰਦਾ ਹੈ, ਆਪਣੇ ਭਰਤੇ ਨਾਲ ਪ੍ਰੀਤ ਹੈ। ਜੋ ਲੋਭੀ ਹੈ ਧਨ ਦਾਨ। ਤੇ ਲਾਲਚੀ ਨੂੰ ਜਿਵੇਂ ਧਨ ਦੇ ਦਾਨ ਨਾਲ ਪਿਆਰ ਹੁੰਦਾ ਹੈ, ਲਾਲਚੀ ਨੂੰ ਪੈਸੇ ਨਾਲ, ਕੰਜੂਸ ਨੂੰ ਜਿਵੇਂ ਪੈਸੇ ਨਾਲ ਧਨ ਨਾਲ ਪ੍ਰੇਮ ਹੁੰਦਾ ਹੈ। ਜਿਉ ਦੂਧ ਜਲ ਹੈ ਸੰਜੋਗ। ਤੇ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਹੈ, ਪਾਣੀ ਦੁੱਧ ਤੋਂ ਪਹਿਲਾਂ ਸੜ ਮਰਦਾ ਹੈ। ਦੁੱਧ ਨਾਲ ਕਿੰਨਾ ਸਨੇਹ ਹੁੰਦਾ ਪਾਣੀ ਦਾ ਕਿ ਉਸ ਦੁੱਧ ਤੋਂ ਪਹਿਲਾਂ ਸੜ ਮਰਦਾ ਹੈ ਪਾਣੀ, ਜੇ ਅੱਗ ਤੇ ਰੱਖਿਆ ਜਾਂਦਾ ਹੈ। ਉਹ ਕਹਿੰਦਾ ਸੱਜਣਾ ਮੈਂ ਤੇਰੇ ਤੋਂ ਪਹਿਲਾਂ ਮਰਾਂਗਾ। ਦੁੱਧ ਨੂੰ ਬਾਅਦ ਵਿੱਚ ਸੇਕ ਲੱਗਦਾ, ਉਹ ਬਾਅਦ ਚ ਫਿਰ ਜਦੋਂ ਪਾਣੀ ਬਿਲਕੁਲ ਹੀ ਖਤਮ ਹੋ ਜਾਂਦਾ, ਉਹ ਫਿਰ ਉਹ ਖੋਆ ਬਣ ਜਾਂਦਾ ਦੁੱਧ ਦਾ। ਪਾਣੀ ਪਹਿਲਾਂ ਸੜਦਾ ਜਦੋਂ ਅੱਗ ਤੇ ਧਰਿਆ ਜਾਂਦਾ ਹੈ। ਹਾਂਜੀ। ਜੋ ਮਹਾ ਖੁਦਿਆਰਥ ਭੋਗ। ਤੇ ਜਿਵੇਂ ਕਿਸੇ ਖੁਦਿਆਰਥ, ਖੁਦਿਆਰਥ ਦਾ ਮਤਲਬ ਹੁੰਦਾ ਭੁੱਖਾ, ਜੈਸੇ ਕਿਸੇ ਭੁੱਖੇ ਨੂੰ ਖਾਣੇ ਨਾਲ ਪ੍ਰੀਤ ਹੈ। ਭੁੱਖੇ ਖਾਵਤ ਲਾਜ ਨਾ ਆਵੇ। ਭੁੱਖਾ ਬੰਦਾ ਹੋਵੇ ਤੇ ਲਿਆ ਕੇ ਉਹਦੇ ਸਾਹਮਣੇ ਪ੍ਰਸ਼ਾਦਾ ਰੱਖ ਦੇ, ਉਹਨੂੰ ਲਾਜ ਨਹੀਂ ਆਉਂਦੀ ਵੀ ਹੁਣ ਖਾਵਾਂ ਕਿ ਨਾ ਖਾਵਾਂ, ਲੋਕ ਕੀ ਆਖਣਗੇ, ਕਿਵੇਂ ਲੱਗਾ ਖਾਣ। ਪਤਾ ਭੁੱਖਾ ਹੈ ਤੇ ਉਹਦੀ ਅੰਨ ਨਾਲ ਪ੍ਰੀਤ ਹੈ। ਜਦੋਂ ਭੁੱਖ ਦਾ ਦੁੱਖ ਸਤਾਉਂਦਾ ਬੜਾ ਭਿਆਨਕ ਹੁੰਦਾ ਹੈ। ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਗੁਰਦਾਸ ਨੰਗਲ ਦੀ ਗੜ੍ਹੀ ਦੇ ਵਿੱਚ ਸਨ, ਕਈ ਮਹੀਨੇ ਘੇਰਾਬੰਦੀ ਰਹੀ। ਨਾਲ ਦੇ ਜਿਹੜੇ ਸਾਥੀ ਸਿੰਘ ਸਨ, ਭੁੱਖ ਦਾ ਇੰਨਾ ਡਾਢਾ ਦੁੱਖ ਸੀ, ਕੁਝ ਵੀ ਨਹੀਂ ਰਿਹਾ ਅੰਦਰ ਨੰਗਲ ਦੀ ਗੜ੍ਹੀ ਵਿੱਚ। ਪੱਤੇ ਤੱਕ ਸੂਤ ਕੇ ਖਾ ਲਏ ਨੇ ਦਰਖਤਾਂ ਦੇ, ਛਿੱਲਾਂ ਤੱਕ ਉਬਾਲ ਕੇ ਖਾ ਲਈਆਂ ਨੇ। ਨੌਬਤ ਇੱਥੋਂ ਤੱਕ ਆ ਗਈ ਸੀ ਕਿ ਕਈਆਂ ਨੇ ਆਪਣੇ ਪੱਟਾਂ ਦਾ ਮਾਸ ਕੱਢ ਕੇ ਵੀ ਰਿੰਨ ਕੇ ਖਾ ਲਿਆ। ਭੁੱਖ ਦਾ ਦੁੱਖ ਇੰਨਾ ਸੀ ਵੀ ਪੇਟ ਲੱਗ ਕੇ ਪਿਛਲੀ ਲੱਕ ਨਾਲ ਇੱਕ ਹੋ ਗਿਆ ਸੀ, ਨਹੀਂ ਸੀ ਪਤਾ ਲੱਗਦਾ ਵੀ ਅੱਗੇ ਢਿੱਡ ਵੀ ਹੈਣ। ਕੱਪੜੇ ਦੇ ਨਾਲ ਕੱਸ ਕੇ ਬੰਨਿਆ ਹੋਇਆ। ਤੇ ਰਤਨ ਸਿੰਘ ਭੰਗੂ ਜੀ ਲਿਖਦੇ ਆ ਪੰਥ ਪ੍ਰਕਾਸ਼ ਵਿੱਚ, ਕਹਿੰਦੇ ਜਦੋਂ ਪੁੰਨਿਆਂ ਦੀ ਰਾਤ, ਅੱਜ ਪੂਰਨਮਾਸ਼ੀ ਹੈ ਨਾ, ਅੱਜ ਅੰਮ੍ਰਿਤ ਸੰਚਾਰ ਵੀ ਹੋਣਾ, ਜਿਨ੍ਹਾਂ ਨੇ ਭਾਈ ਅੰਮ੍ਰਿਤ ਛਕਣਾ ਉਹ ਤਿਆਰ ਹੋ ਕੇ 10 ਵਜੇ ਨਾਲ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਪਹੁੰਚੋ ਔਰ ਖੰਡੇ ਦੀ ਪੋਲ ਛਕੋ। ਤੇ ਪੂਰਨਮਾਸ਼ੀ ਦੀ ਰਾਤ ਨੂੰ ਕਹਿੰਦੇ ਆਕਾਸ਼ ਵਿੱਚ ਜਦੋਂ ਚੰਨ ਦਿਸਣਾ ਨਾ ਉਹਨਾਂ ਨੂੰ,
ਤੇ ਭੱਜ ਕੇ ਹੱਥ ਮਾਰਨਾ, ਭੁੱਖ ਦੇ ਨਾਲ ਅੱਖਾਂ ਅੱਗੇ ਧੁੰਦ ਜੀ ਛਾਈ ਹੋਣੀ, ਹੱਥ ਮਾਰਨਾ ਵੀ ਆਕਾਸ਼ ਦੇ ਵਿੱਚ ਰੋਟੀ ਆਈ ਹੈ, ਰੱਬ ਨੇ ਭੇਜੀ ਹੈ ਸਾਡੇ ਲਈ, ਪਰ ਉਹ ਹੱਥ 'ਚ ਕਿੱਥੇ ਆਵੇ। ਇਹੋ ਜਿਹਾ ਸਮਾਂ ਖਾਲਸੇ ਨੇ ਆਪਣੇ ਤਨ ਤੇ ਹੰਢਾਇਆ ਹੈ। ਥਾਲ ਵਿੱਚ ਪਈ ਹੋਈ ਰੋਟੀ ਜਦੋਂ ਸਾਡੇ ਮੂਹਰੇ ਪਈ ਹੁੰਦੀ ਹੈ ਨਾ, ਤਾਂ ਇਹ ਜਾਣ ਲਿਆ ਕਰੋ ਇਹ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੈ। ਉਹ ਸ਼ਹੀਦ ਸਾਨੂੰ ਨਾਲ ਚੇਤੇ ਆਉਣੇ ਚਾਹੀਦੇ ਹਨ। ਸਾਡੇ ਭੁੱਖੇ ਨੂੰ ਜਿਵੇਂ ਅੰਨ ਨਾਲ ਪ੍ਰੀਤ ਹੁੰਦੀ, ਉਹ ਅੰਨ ਬਿਨਾਂ ਨਹੀਂ ਰਹਿ ਸਕਦਾ, ਭੋਜਨ ਬਿਨਾਂ ਨਹੀਂ ਰਹਿ ਸਕਦਾ। ਜੋ ਮਾਤ ਪੁੱਤ ਹੈ ਹੇਤ, ਤੇ ਜਿਵੇਂ ਮਾਂ ਦਾ ਪੁੱਤ ਨਾਲ ਹੇਤ ਹੁੰਦਾ, ਪੁੱਤ ਨਾਲ ਸਨੇਹ ਹੁੰਦਾ। ਛੋਟੇ ਹੁੰਦੇ ਇੱਕ ਕਹਾਣੀ ਸੁਣਿਆ ਕਰਦੇ ਸੀ। ਇੱਕ ਨੇ ਆਖਿਆ, ਤਾਂ ਤੇਰੇ ਨਾਲ ਵਿਆਹ ਕਰੂੰ ਜੇ ਤੂੰ ਆਪਣੀ ਮਾਂ ਦਾ ਕਾਲਜਾ ਕੱਢ ਕੇ ਲਿਆਵੇਂ ਮੇਰੇ ਕੋਲੇ। ਮਾਂ ਕੋਲ ਆਖਿਆ ਮਾਂ ਮੈਂ ਤੇਰਾ ਕਾਲਜਾ ਕੱਢ ਕੇ ਲੈ ਕੇ ਜਾਣਾ, ਮੇਰੀ ਪ੍ਰੀਤ ਹੈ ਅੱਗੇ ਕਿਤੇ, ਉਹਦੀ ਇਹ ਸ਼ਰਤ ਹੈ। ਆਖਿਆ ਬੇਟਾ ਇਹ ਤੇਰਾ ਹੀ ਹੈ। ਹੱਥੀਂ ਛੁਰੀ ਦੇ ਨਾਲ ਕਾਲਜਾ ਮਾਂ ਦਾ ਕੱਢ ਕੇ ਲੈ ਟੁਰਿਆ, ਕਾਲੀ ਕਾਲੀ ਟੁਰਿਆ ਜਾਂਦਾ ਤੇ ਰਸਤੇ ਦੇ ਵਿੱਚ ਠੁੱਡ ਲੱਗਾ ਤੇ ਉਸ ਕਾਲਜੇ 'ਚੋਂ ਆਵਾਜ਼ ਆਈ, ਪੁੱਤਰ ਕਿਤੇ ਸੱਟ ਤਾਂ ਨਹੀਂ ਲੱਗੀ। ਇਹ ਕਹਾਣੀ ਸੁਣਿਆ ਕਰਦੇ ਸੀ। ਇਹ ਸੰਕੇਤ ਹੈ ਕਿ ਮਾਂ ਪੁੱਤ ਨਾਲ ਸਨੇਹ ਕਰਦੀ ਹੈ। ਮਾਂ ਦਾ ਆਪਣੇ ਪੁੱਤ ਨਾਲ ਬਹੁਤ ਜ਼ਿਆਦਾ ਗਹਿਰਾ ਸਨੇਹ ਹੈ, ਪ੍ਰੀਤ ਹੈ। ਹਰ ਸਿਮਰ ਨਾਨਕ ਨੇਤ, ਇਹ ਭਾਈ ਇਹੋ ਜੀ ਪ੍ਰੀਤ ਕਰਕੇ ਪਰਮੇਸ਼ਰ ਦਾ ਸਿਮਰਨ ਕਰ। ਇਹੋ ਜੀ ਪ੍ਰੀਤ ਜਿਵੇਂ ਭੁੱਖੇ ਦੀ ਰੋਟੀ ਨਾਲ ਪ੍ਰੀਤ ਹੈ, ਜਿਵੇਂ ਚਕਵੀ ਦੀ ਸੂਰਜ ਨਾਲ ਪ੍ਰੀਤ ਹੈ, ਜਿਵੇਂ ਮਾਂ ਦੀ ਪੁੱਤ ਨਾਲ ਪ੍ਰੀਤ ਹੈ, ਏਦਾਂ ਪ੍ਰੇਮ ਕਰਕੇ ਨਾਮ ਜਪ ਪਰਮੇਸ਼ਰ ਦਾ। ਹੁਣ ਅਸੀਂ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕਿੰਨਾ ਕੁ ਪ੍ਰੇਮ ਹੁੰਦਾ ਸਾਡੇ ਹਿਰਦੇ 'ਚ, ਭਲਾ ਵੇਖੀਏ ਨਾ ਅੰਦਰ ਝਾਤੀ ਮਾਰ ਕੇ। ਪ੍ਰੇਮ ਨਾਲ ਕਰਦੇ ਹਾਂ ਕਿ ਧਿਆਨ ਕਿਤੇ ਹੁੰਦਾ ਰਸਨਾ ਤੇ ਕਿਤੇ ਜਾਪ ਜਪਿਆ ਹੁੰਦਾ, ਤੇ ਜੇ ਪ੍ਰੇਮ ਹੋਵੇ ਉੱਥੇ ਇਕਾਗਰਤਾ ਹੁੰਦੀ ਹੈ। ਮਹਾਰਾਜ ਕਹਿੰਦੇ ਏਦਾਂ ਸਿਮਰੋ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਪ੍ਰੇਮ ਨਾਲ। ਜੋ ਦੀਪ ਪਤਨ ਪਤੰਗ, ਜਿਵੇਂ ਪਤੰਗਾ ਭਮੱਕੜ ਦੀਵੇ ਦੀ ਲਾਟ ਦੇ ਉੱਤੇ ਸੜ ਮਰਦਾ, ਉਹਦੇ ਨਾਲ ਪ੍ਰੀਤ ਹੈ। ਜੋ ਚੋਰ ਹਿਰਤ ਨਿਸੰਗ, ਜਿਵੇਂ ਚੋਰ ਨਿਸੰਗ ਹੋ ਕੇ ਚੋਰੀ ਕਰਦਾ, ਉਹਦੀ ਚੋਰੀ ਨਾਲ ਹੀ ਪ੍ਰੀਤ ਹੈ। ਜਿੱਥੇ ਜਾਣਾ ਉਹਨੇ ਚੋਰੀ ਦੀ ਪ੍ਰੀਤ ਰੱਖਣੀ ਹੈ। ਮੈਗਲ ਹੈ ਕਾਮੈ ਬੰਦ, ਮੈਗਲਾ ਕਹਿੰਦੇ ਹਾਥੀ ਨੂੰ, ਹਾਥੀ ਦਾ ਜਿਵੇਂ ਕਾਮ ਨਾਲ ਬੰਧ ਹੁੰਦਾ ਹੈ, ਉਹਦੀ ਕਾਮ ਨਾਲ ਪ੍ਰੀਤ ਹੈ ਹਾਥੀ ਦੀ। ਜੋ ਗ੍ਰਸਤ ਬਿਖਈ ਤੰਧ, ਜਿਵੇਂ ਕੋਈ ਗ੍ਰਸਤੀ ਆਪਣੇ ਧੰਦਿਆਂ ਦੇ ਨਾਲ ਪ੍ਰੀਤ ਕਰਦਾ ਹੈ। ਜੋ ਜੁਆਰ ਬਿਸਨ ਨਾ ਜਾਏ, ਤੇ ਜਿਵੇਂ ਜੁਆਰੀ ਬੰਦਾ ਜੂਆ ਖੇਡਣ ਵਾਲਾ, ਉਹਦੀ ਜੂਆ ਖੇਡਣ ਦੀ ਆਦਤ ਨਹੀਂ ਜਾਂਦੀ। ਆਦਤ ਇਤਨੀ ਭਿਆਨਕ ਹੋ ਗਈ ਕਿ ਪਾਂਡਵਾਂ ਨੇ ਆਪਣੇ ਘਰ ਵਾਲੀ ਤੱਕ ਵੀ ਹਾਰ ਦਿੱਤੀ ਉਸ ਜੂਏ ਦੇ ਵਿੱਚ। ਇਹ ਜੂਏਬਾਜ਼ੀ ਦੀ ਲੱਤ ਇਹੋ ਜਿਹੀ ਭਿਆਨਕ ਹੁੰਦੀ ਹੈ, ਜਿਹਨੂੰ ਅੱਜ ਕੱਲ ਦੇ ਲਫ਼ਜ਼ਾਂ ਦੇ ਵਿੱਚ ਕੋਈ ਸੱਟੇਬਾਜ਼ੀ ਵੀ ਕਹਿ ਦਿੰਦਾ ਹੈ। ਬਹੁਤ ਸਾਰੇ ਜੂਏਬਾਜ਼ੀ ਦੇ ਅੱਡੇ ਹਨ ਔਰ ਕਈ ਪ੍ਰਕਾਰ ਦੇ ਢੰਗਾਂ ਨਾਲ, ਤਰੀਕਿਆਂ ਦੇ ਨਾਲ। ਪਹਿਲੇ ਸਮਿਆਂ ਦੇ ਵਿੱਚ ਤਾਂ ਉਹ ਚੌਪੜ ਖੇਡ ਕੇ ਜੂਆ ਖੇਡਦੇ ਸੀ। ਹੁਣ ਤਾਂ ਵੱਡੇ ਵੱਡੇ ਜੂਆ ਖੇਡਣ ਦੇ ਕੇਂਦਰ ਬਣਾ ਦਿੱਤੇ ਗਏ ਨੇ, ਵੱਡੇ ਵੱਡੇ। ਉਹਨਾਂ ਨੂੰ ਬੜੀ ਭਾਰੀ ਆਮਦਨ ਹੁੰਦੀ ਹੈ। ਸਰਕਾਰੀ ਤੌਰ ਤੇ ਵੀ ਵੱਡੇ ਵੱਡੇ ਜੂਏ ਦੇ ਅੱਡੇ ਬਣਾਏ ਗਏ ਵੀ, ਜਿਨ੍ਹਾਂ ਨੂੰ ਸਰਕਾਰ ਚਲਾਉਂਦੀ ਹੈ ਬਕਾਇਦਾ, ਤੇ ਲੋਕ ਪਹੁੰਚਦੇ ਆ ਉੱਥੇ। ਔਰ ਇਹ ਲੱਤ ਇਤਨੀ ਭਿਆਨਕ ਹੁੰਦੀ ਹੈ ਜੂਏ ਦੀ ਕਿ ਜਿਵੇਂ ਜਿਵੇਂ ਬੰਦਾ ਇਹਦੇ ਵਿੱਚ ਖਚਦਾ ਚੱਲਿਆ ਜਾਂਦਾ, ਫਿਰ ਉਹ ਇਹਦੀ ਲੱਤ ਛੱਡ ਨਹੀਂ ਸਕਦਾ। ਉਹਦੀ ਇਹੋ ਜਿਹੀ ਪ੍ਰੀਤ ਬਣ ਜਾਂਦੀ ਹੈ ਇਹਦੇ ਨਾਲ। ਹਰ ਨਾਨਕ ਇਹੋ ਮਨ ਲਾਏ, ਇਹ ਭਾਈ ਉਸ ਵਾਹਿਗੁਰੂ ਦੇ ਨਾਲ ਏਦਾਂ ਮਨ ਲਾ ਤੂੰ ਆਪਣਾ, ਏਦਾਂ ਧਿਆਨ ਜੋੜ। ਪੁਰੰਕ ਨਾਦੈ ਨੇਹੋ, ਜਿਵੇਂ ਘੰਡੇ ਹੇੜੇ ਦੀ ਆਵਾਜ਼ ਨਾਲ ਹਿਰਨ ਦਾ ਨੇਹ ਹੈ, ਪ੍ਰੀਤ ਹੈ। ਚਾਤ੍ਰਿਕ ਚਾਹਤ ਮੇਹੋ, ਔਰ ਜਿਹੜਾ ਚਾਤ੍ਰਿਕ ਬਬੀਹਾ ਹੈ ਉਹਦੀ ਮੀਂਹ ਨਾਲ ਪ੍ਰੀਤ ਹੈ।
ਉਹ ਕਹਿੰਦਾ ਮੀਂਹ ਬਰਸੇ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਤਹਾਰ, ਚਾਤ੍ਰਿਕ ਚਿਤਵਤ ਬਰਸਤ ਮੇਹ। ਬਬੀਹੇ ਨੂੰ ਜਿਵੇਂ ਮੀਂਹ ਨਾਲ ਪ੍ਰੀਤ ਹੈ, ਧਨ ਜੀਵਨਾ ਸਤ ਸੰਗ। ਇਸੇ ਤਰ੍ਹਾਂ ਮੇਰਾ ਸਾਧ ਸੰਗਤ ਨਾਲ ਪ੍ਰੇਮ ਹੈ, ਸਾਧ ਸੰਗਤ ਨਾਲ ਹੀ ਮੇਰਾ ਜੀਵਨ ਹੈ। ਗੋਬਿੰਦ ਭਜਨਾ ਰੰਗ। ਇਹ ਉਹੀ ਥਾਂ ਹੈ ਜਿੱਥੇ ਆ ਕੇ ਗੋਬਿੰਦ ਦੇ ਭਜਨ ਦਾ ਰੰਗ ਲੱਗਦਾ। ਸਾਧ ਸੰਗਤ ਇਹੋ ਜਿਹਾ ਜੀਵਨ ਹੈ ਜਿੱਥੇ ਆ ਕੇ ਗੋਬਿੰਦ ਦੇ ਭਜਨ ਦਾ ਰੰਗ ਚੜ੍ਹਦਾ ਹੈ। ਰਸਨਾ ਬਖਾਨੈ ਨਾਮ। ਮੈਂ ਆਪਣੀ ਰਸਨਾ ਤੋਂ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਖਾਣਦਾ ਹਾਂ, ਜਪਦਾ ਹਾਂ। ਨਾਨਕ ਦਰਸ਼ਨ ਦਾਨ। ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ। ਗੁਣ ਗਾਏ ਸੁਨ ਲਿਖ ਦੇ। ਮੈਂ ਆਪਣੇ ਸੁਆਮੀ ਦੇ ਗੁਣ ਗਾਉਂਦਾ ਹਾਂ, ਸੁਣਦਾ ਹਾਂ ਔਰ ਲਿਖ ਕੇ ਵੀ ਦਿੰਦਾ ਅੱਗੇ ਹੋਰਾਂ ਨੂੰ ਵੀ, ਪੜੋ ਭਾਈ। ਸੋ ਸਰਬ ਫਲ ਹਰ ਲੈ। ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ, ਸੁਣਦਾ ਜਾਂ ਲਿਖ ਕੇ ਪੋਥੀਆਂ ਗੁਰਸਿੱਖਾਂ ਨੂੰ ਦਿੰਦਾ, ਕਹਿੰਦੇ ਭਾਈ ਉਹਨੂੰ ਸਰਬ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਹਰੀ ਪਰਮੇਸ਼ਰ ਕੋਲੋਂ। ਕੁੱਲ ਸਮੂਹ ਕਰਤ ਉਧਾਰ। ਉਹਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਹੋ ਜਾਂਦਾ ਜਿਹੜਾ ਪਰਮੇਸ਼ਰ ਦਾ ਭਜਨ ਕਰਦਾ ਹੈ, ਨਾਮ ਜਪਦਾ ਹੈ। ਸੰਸਾਰ ਉਤਰਸ ਪਾਰ। ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ। ਹਰ ਚਰਨ ਬੋਹਿਥ ਤਾਹੇ। ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਮੇਰੇ ਲਈ ਜਹਾਜ਼ ਸਮਾਨ ਹਨ। ਮਿਲ ਸਾਧ ਸੰਗ ਜਸ ਗਾਹੇ। ਮੈਂ ਸਾਧ ਸੰਗਤ ਵਿੱਚ ਮਿਲ ਕੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕਰਦਾ ਹਾਂ। ਹਰ ਪੈਜ ਰੱਖੈ ਮੁਰਾਰ। ਏ ਮੁਰਾਰ ਮੇਰੀ ਪੈਜ ਰੱਖ ਲੋ, ਤੁਸੀਂ ਪੈਜ ਰੱਖਣ ਵਾਲੇ ਹੋ ਆਪਣੇ ਪਿਆਰਿਆਂ ਦੀ। ਹਰ ਨਾਨਕ ਸ਼ਰਨ ਦੁਆਰ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੇ ਦੁਆਰ ਦੀ ਸ਼ਰਨ ਤੇ ਆ, ਮੇਰੀ ਪੈਜ ਰੱਖ ਲੋ ਮਹਾਰਾਜ। ਆਪਣੇ ਸੇਵਕ ਦੀ ਰੱਖ ਲੋ ਮਹਾਰਾਜ ਗਰੀਬ ਨਵਾਜ। ਅਬ ਰਾਖੋ ਦਾਸ ਭਾਟ ਕੀ ਲਾਜ, ਅਬ ਰਾਖੋ ਦਾਸ ਭਾਟ ਕੀ ਲਾਜ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।